ਪੰਜਾਬ ਦੀਆਂ ਸਿਆਸੀ ਖਬਰਾਂ ਦੇ ਉੱਪਰ ਵਿਚਾਰ ਚਰਚਾ ਦੇ ਸਾਡੇ ਖਾਸ ਪ੍ਰੋਗਰਾਮ ਖਬਰ ਪੜਤਾਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਵੱਡੇ ਸਿਆਸੀ ਆਗੂਆਂ ਦਾ ਸਿਆਸੀ ਵਕਾਰ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਵੀ ਦਾਅ ਤੇ ਲੱਗਾ ਹੋਇਆ। ਪਿਛਲੀ ਵਾਰ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਬਹੁਤ ਸਾਰੇ ਅਜਿਹੇ ਵੱਡੇ ਸਿਆਸਤ ਦੇ ਚਿਹਰੇ ਸਨ, ਸਿਆਸਤ ਦੇ ਥੰਮ ਸਨ ਜਿਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਸਿਆਸੀ ਤੌਰ ਤੇ ਉਹਨਾਂ ਨੂੰ ਜੋ ਹੈ ਉਹ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਵੀ ਬਹੁਤ ਸਾਰੇ ਚਿਹਰੇ ਨੇ ਜਿਨ੍ਹਾਂ ਦਾ ਸਿਆਸੀ ਵਕਾਰ ਦਾਅ ਤੇ ਲੱਗਾ ਹੋਇਆ। ਪਿਛਲੀ ਵਾਰ ਜੇ ਗੱਲ ਕਰੀਏ ਪੱਠਲ, ਭਗਵੰਤ ਮਾਨ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਜਰਨੈਲ ਸਿੰਘ, ਇਹ ਵੱਡੇ ਆਗੂ ਸਨ ਜਿਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਵੀ ਕਈ ਆਗੂ ਨੇ ਜਿਨ੍ਹਾਂ ਦੀ ਸਿਆਸੀ ਇੱਜ਼ਤ ਦਾਅ ਤੇ ਲੱਗੀ ਹੋਈ ਹੈ। ਇਸ ਬਾਬਤ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਗੱਲ ਕਰਾਂਗੇ ਅਖਬਾਰਾਂ ਦੇ ਵਿੱਚ ਵੱਖੋ ਵੱਖਰੀਆਂ ਪਾਰਟੀਆਂ ਦੀ ਜਿੱਤ ਅਤੇ ਵੱਖੋ ਵੱਖਰੇ ਵਿਧਾਇਕਾਂ ਦੀ ਹਾਰ ਜਾਂ ਜਿੱਤ ਦੇ ਫੈਸਲੇ ਨੂੰ ਲੈ ਕੇ ਵੱਖੋ ਵੱਖਰੇ ਸਰਵੇਖਣ ਸਾਹਮਣੇ ਆ ਰਹੇ ਨੇ। ਪਾਰਟੀਆਂ ਦੇ ਆਪਣੇ ਪੱਧਰ ਦੇ ਅੰਦਰੂਨੀ ਸਰਵੇਖਣ ਵੀ ਹੋ ਰਹੇ ਨੇ। ਉਹ ਸਰਵੇਖਣ ਕੀ ਕਹਿੰਦੇ ਨੇ ਅਤੇ ਅਖਬਾਰਾਂ ਦੇ ਸਰਵੇਖਣਾਂ ਦਾ ਕੀ ਮੁਲਾਂਕਣ ਹੈ, ਇਸ ਬਾਬਤ ਵੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਗੱਲ ਕਰਾਂਗੇ ਅੱਜ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਦੇ ਲਈ ਸੁਖਬੀਰ ਸਿੰਘ ਬਾਦਲ ਪਹੁੰਚੇ। ਜੇਲ੍ਹ ਦੇ ਵਿੱਚ 2 ਘੰਟੇ ਤੱਕ ਮੁਲਾਕਾਤ ਕੀਤੀ। ਬਿਕਰਮ ਸਿੰਘ ਮਜੀਠੀਆ ਦਾ ਅੱਜ ਜਨਮ ਦਿਨ ਵੀ ਸੀ। ਪਾਰਟੀ ਵਰਕਰਾਂ ਵੱਲੋਂ ਜਨਮ ਦਿਨ ਵੀ ਮਨਾਇਆ ਗਿਆ ਤੇ ਬਾਹਰ ਆ ਕੇ ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ ਦੇ ਉੱਪਰ ਤੇ ਕੇਂਦਰ ਸਰਕਾਰ ਦੇ ਉੱਪਰ ਤਿੱਖੇ ਸਿਆਸੀ ਨਿਸ਼ਾਨੇ ਵਿੰਨੇ ਨੇ। ਇਸ ਬਾਬਤ ਵੀ ਗੱਲਬਾਤ ਕਰਾਂਗੇ। ਇਹਨਾਂ ਸਾਰੇ ਸਵਾਲਾਂ ਦੇ ਉੱਪਰ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਮੇਰੇ ਨਾਲ ਨੇ। ਡੱਲਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ-ਬਹੁਤ ਧੰਨਵਾਦ ਜਗਦੀਸ਼ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜੀ। ਡੱਲਾ ਸਾਹਿਬ, ਪਹਿਲਾ ਸਵਾਲ ਇਹ ਹੈ ਕਿ ਜਿਵੇਂ 2017 ਦੇ ਵਿੱਚ ਜਦੋਂ ਨਤੀਜੇ ਸਾਹਮਣੇ ਆਏ ਸਨ ਤਾਂ ਬਹੁਤ ਵੱਡੇ ਸਿਆਸੀ ਚਿਹਰਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਵੀ ਕਈ ਚਿਹਰੇ ਅਜਿਹੇ ਨੇ ਜਿਨ੍ਹਾਂ ਦੀ ਸਿਆਸੀ ਇੱਜ਼ਤ ਦਾਅ ਤੇ ਲੱਗੀ ਹੋਈ ਹੈ। ਡੱਲਾ ਸਾਹਿਬ, ਇਹ ਦੱਸਣਾ ਕਿ ਕਿਹੜੇ-ਕਿਹੜੇ ਅਜਿਹੇ ਚਿਹਰੇ ਨੇ ਜਿਨ੍ਹਾਂ ਨੂੰ ਇਸ ਵਾਰ ਸਿਆਸੀ ਹਾਰ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਤੇ ਕਿਤੇ ਨਾ ਕਿਤੇ ਉਹਨਾਂ ਦੀ ਸਿਆਸੀ ਇੱਜ਼ਤ ਵੀ ਦਾਅ ਤੇ ਲੱਗੀ ਹੋਈ ਹੈ। ਦੇਖੋ, ਪਿਛਲੀ ਵਾਰੀ ਵੀ 2017 'ਚ ਆਮ ਆਦਮੀ ਪਾਰਟੀ ਦੇ ਕਈ ਅਜਿਹੇ ਨਾਮੀ ਆਗੂ ਸੀ ਜਿਹੜੇ ਹਾਰ ਗਏ। ਬਿਕਰਮ ਮਜੀਠੀਆ ਦੇ ਸਾਹਮਣੇ ਉਹਨਾਂ ਦੇ ਲੀਗਲ ਵਿੰਗ ਦੇ ਇੱਕ ਲੀਡਰ ਖੜੇ ਸੀ, ਉਹ ਨਹੀਂ ਜਿੱਤ ਸਕੇ। ਪਿਛਲੀ ਵਾਰੀ ਸੁੱਚਾ ਸਿੰਘ ਛੋਟੇਪੁਰ, ਸਾਨੂੰ ਪਤਾ ਹੈ ਸੁੱਚਾ ਸਿੰਘ ਛੋਟੇਪੁਰ ਨਹੀਂ ਜਿੱਤ ਸਕੇ। ਪਿਛਲੀ ਵਾਰੀ ਜਰਨੈਲ ਸਿੰਘ ਦਿੱਲੀੋਂ ਆਏ ਸੀ, ਨਹੀਂ ਜਿੱਤ ਸਕੇ, ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਖੜੇ ਸੀ, ਹੁਣ ਤਾਂ ਦੁਨੀਆ ਤੋਂ ਚਲੇ ਗਏ। ਉਹ ਰਜਿੰਦਰ ਕੌਰ ਭੱਠਲ ਹਾਰ ਗਏ, ਸੁਨੀਲ ਜਾਖੜ ਹਾਰ ਗਏ, ਕਾਂਗਰਸ ਦੇ ਕਈ ਦਿੱਗਜ ਹਾਰੇ ਕੈਪਟਨ ਅਮਰਿੰਦਰ ਵੀ ਤੇ ਭਗਵੰਤ ਮਾਨ ਵੀ। ਪਰ ਕੈਪਟਨ ਅਮਰਿੰਦਰ ਬਾਦਲ ਦੇ ਸਾਹਮਣੇ ਉਹ ਹਾਰੇ ਸੀ ਕਿਉਂਕਿ ਉਹ ਦੂਜੀ ਸੀਟ ਤੋਂ ਹਾਰੇ ਸੀ। ਇਸ ਕਰਕੇ ਕੈਪਟਨ ਕਹਿੰਦੇ ਸੀ ਵੀ ਮੈਂ ਤਾਂ ਬਾਦਲ ਨੂੰ ਹਰਾਉਣ ਚੱਲਿਆ, ਨਹੀਂ ਹਰਾ ਸਕੇ। ਭਗਵੰਤ ਮਾਨ ਕਹਿੰਦਾ ਸੀ ਮੈਂ ਸੁਖਬੀਰ ਬਾਦਲ ਨੂੰ ਹਰਾਉਣ ਚੱਲਿਆ, ਨਹੀਂ ਹਰਾ ਸਕੇ। ਭਗਵੰਤ ਮਾਨ ਵੀ ਹਾਰੇ ਸੀ, ਰਵਨੀਤ ਬਿੱਟੂ ਵੀ ਹਾਰੇ ਸੀ। ਪਰ ਇਸ ਵਾਰ ਤਸਵੀਰ ਥੋੜ੍ਹੀ ਵੱਖਰੀ ਹੈ। ਹੁਣ 2022 ਦੀ ਜਦੋਂ ਗੱਲ ਕਰਦੇ ਹਾਂ, ਦੇਖੋ ਸੁਨੀਲ ਜਾਖੜ ਚੋਣ ਨਹੀਂ ਲੜ ਰਹੇ। ਪਿਛਲੀ ਵਾਰੀ ਬੀਬੀ ਰਜਿੰਦਰ ਕੌਰ ਭੱਠਲ ਵੀ ਹਾਰੇ ਸੀ। ਇਸ ਵਾਰ ਕੀ ਉਹ ਜਿੱਤਦੇ ਨੇ, ਵੱਡਾ ਸਵਾਲ ਹੈ। ਪਰ ਇਸ ਵਾਰ ਕਈ ਹੋਰ ਨਵੇਂ ਨਾਮ ਆ ਗਏ ਜਿਨ੍ਹਾਂ ਦਾ ਜਿੱਤਣਾ ਪੰਜਾਬ ਦੀ ਸਿਆਸਤ ਦੇ ਵਿੱਚ ਵਕਾਰੀ ਬਣ ਗਿਆ। ਚਰਨਜੀਤ ਚੰਨੀ ਹੈ, ਕੀ ਚਰਨਜੀਤ ਚੰਨੀ ਦੋਵੇਂ ਸੀਟਾਂ ਤੋਂ ਜਿੱਤਣਗੇ? ਇਹ ਪੰਜਾਬ 'ਚ ਇਸ ਵਕਤ ਬਹੁਤ ਵੱਡਾ ਸਵਾਲ ਹੈ। 2 ਸੀਟਾਂ ਤੋਂ ਖੜੇ ਨੇ ਉਹ, ਭਦੌੜ ਤੋਂ, ਚਮਕੌਰ ਸਾਹਿਬ ਤੋਂ। ਚਮਕੌਰ ਸਾਹਿਬ 3 ਵਾਰ ਲਗਾਤਾਰ MLA ਰਹੇ ਨੇ। ਚਮਕੌਰ ਸਾਹਿਬ ਤੋਂ ਚਰਨਜੀਤ ਚੰਨੀ ਦਾ ਜਿੱਤਣਾ ਇੱਕ ਵਕਾਰ ਬਣ ਗਿਆ ਹੁਣ। ਫਿਰ ਪ੍ਰਕਾਸ਼ ਸਿੰਘ ਬਾਦਲ ਕਦੀ ਨਹੀਂ ਹਾਰੇ। ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਾਇਦ ਇਸ ਵਾਰ ਲੜਾਉਣਾ ਨਹੀਂ ਸੀ, ਪਰ ਅਕਾਲੀ ਦਲ ਨੇ ਅਖੀਰ 'ਚ ਉਹਨਾਂ ਨੂੰ ਵੀ ਮੈਦਾਨ 'ਚ ਉਤਾਰਿਆ, ਇਹ ਸੋਚ ਕੇ ਕਿ ਜੇ ਪ੍ਰਕਾਸ਼ ਸਿੰਘ ਬਾਦਲ ਚੋਣ ਲੜਨਗੇ ਤੇ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਵੋਟ ਪਊਗੀ ਪੂਰੇ ਪੰਜਾਬ 'ਚ, ਜਾਂ ਲੰਬੀ 'ਚ ਨਹੀਂ ਤਾਂ ਅਸੀਂ ਕਿਹਨੂੰ ਖੜਾ ਕਰਾਂਗੇ। ਲੰਬੀ ਦੀ ਸੀਟ ਪੂਰੀ ਤਰ੍ਹਾਂ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਦੁਆਲੇ ਘੁੰਮਦੀ ਹੈ। ਇਸ ਵਾਰ ਪ੍ਰਕਾਸ਼ ਸਿੰਘ ਬਾਦਲ ਕੀ ਲੰਬੀ 'ਚ ਜਿੱਤ ਸਕਣਗੇ? ਹਾਲਾਂਕਿ ਉੱਥੇ ਮੁਕਾਬਲਾ ਬੜਾ ਸਖਤ ਹੈ। ਉੱਥੇ ਆਪ ਵੀ ਕਾਂਗਰਸ ਵੀ ਸਾਰੇ ਦਾਅਵਾ ਕਰੀ ਜਾਂਦੇ ਵੀ ਅਸੀਂ ਜਿੱਤਾਂਗੇ, ਪਰ ਇਹ ਵਕਾਰੀ ਸੀਟ ਬਣ ਗਈ ਵੱਡੇ ਪ੍ਰਕਾਸ਼ ਸਿੰਘ ਬਾਦਲ ਲਈ। ਇਸੇ ਤਰ੍ਹਾਂ ਜਲਾਲਾਬਾਦ 'ਚ ਸੁਖਬੀਰ ਸਿੰਘ ਬਾਦਲ, ਬੜੀ ਵਕਾਰੀ ਸੀਟ ਬਣ ਗਈ ਸੁਖਬੀਰ ਸਿੰਘ ਬਾਦਲ ਦੀ। ਉੱਥੇ ਆਪ ਵਾਲੇ ਵੀ ਇਸ ਵਾਰ ਮੁਕਾਬਲੇ 'ਚ ਹੈ, ਕਾਂਗਰਸ ਵਾਲੇ ਵੀ ਤੇ ਅਕਾਲੀ ਦਲ ਵੀ, ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ MP ਬਣਨ ਲਈ ਜਲਾਲਾਬਾਦ ਦੀ ਸੀਟ ਛੱਡਤੀ ਸੀ ਤੇ ਫਿਰ ਜਲਾਲਾਬਾਦ ਜਿੱਤਣ ਲਈ MP ਦੀ ਸੀਟ ਛੱਡਣੀ ਪੈ ਜਾਣੀ। ਜੇ ਜਿੱਤ ਗਏ ਤਾਂ ਫਿਰੋਜ਼ਪੁਰ ਛੱਡਣਗੇ, ਫਿਰ ਫਿਰੋਜ਼ਪੁਰ ਤੋਂ MP ਨੇ। ਸੋ ਹੁਣ ਇਹ ਵੀ ਸੀਟ ਵਕਾਰੀ ਬਣ ਗਈ। ਫਿਰ ਭਗਵੰਤ ਸਿੰਘ ਮਾਨ ਧੂਰੀ ਚਲੇ ਗਏ ਦਲਬੀਰ ਸਿੰਘ ਗੋਲਡੀ ਦੇ ਸਾਹਮਣੇ। ਭਗਵੰਤ ਮਾਨ ਦਾ ਜਿੱਤਣਾ ਵੀ ਇੱਕ ਵਕਾਰੀ ਸੀਟ ਬਣਿਆ ਹੋਇਆ।
ਜੇ ਭਗਵੰਤ ਮਾਨ ਜਿੱਤ ਗਏ, ਆਮ ਆਦਮੀ ਪਾਰਟੀ ਜਿੱਤ ਗਈ ਤੇ ਮੁੱਖ ਮੰਤਰੀ ਨੇ, ਜੇ ਆਮ ਆਦਮੀ ਪਾਰਟੀ ਜਿੱਤ ਗਈ, ਭਗਵੰਤ ਮਾਨ ਹਾਰ ਗਏ ਤੇ ਫਿਰ ਕੀ ਹੋਊਗਾ? ਸਵਾਲ ਇਹ ਵੀ ਬਹੁਤ ਵੱਡਾ ਹੈ। ਬਹੁਤ ਸਾਰੇ ਲੋਕ ਕਹਿੰਦੇ ਨੇ ਭਗਵੰਤ ਮਾਨ ਦਾ ਜਿੱਤਣਾ ਬਹੁਤ ਜ਼ਰੂਰੀ ਹੈ ਮੁੱਖ ਮੰਤਰੀ ਬਣਨ ਦੇ ਲਈ। ਜੇ ਆਪ ਜਿੱਤ ਜਾਂਦੀ, ਭਗਵੰਤ ਮਾਨ ਨਾ ਜਿੱਤੇ ਤਾਂ ਵੀ ਮੁੱਖ ਮੰਤਰੀ ਲਈ ਆਪ ਕਿਸੇ ਹੋਰ ਉਮੀਦਵਾਰ ਨੂੰ ਅੱਗੇ ਲਿਆ ਸਕਦੀ ਹੈ। ਹਾਲਾਂਕਿ ਅਜਿਹਾ ਹੋਣਾ ਨਹੀਂ ਚਾਹੀਦਾ। ਆਮ ਆਦਮੀ ਪਾਰਟੀ ਦੀ ਜੇ ਸਰਕਾਰ ਬਣਦੀ ਹੋਵੇ, ਭਗਵੰਤ ਮਾਨ ਹਾਰਨ ਜਾਂ ਜਿੱਤਣ, ਮੁੱਖ ਮੰਤਰੀ ਉਹਨਾਂ ਨੂੰ ਹੀ ਬਣਾਉਣਾ ਚਾਹੀਦਾ, ਕਿਉਂਕਿ ਇਹ ਮੌਕਾ ਭਗਵੰਤ ਮਾਨ ਨੂੰ ਮਿਲਣਾ ਚਾਹੀਦਾ ਜੇ ਉਹ ਪਾਰਟੀ ਜਿਤਾ ਜਾਂਦੇ ਨੇ। ਭਾਵੇਂ ਦਿੱਲੀ ਦੇ ਰਾਜਨੀਤੀਕਾਰ ਇਹ ਕਹਿਣਗੇ ਕਿ ਅਸੀਂ ਦਿੱਲੀ ਦੀ ਯੋਜਨਾ ਬਣਾਈ, ਅਸੀਂ ਦਿੱਲੀ ਵੱਲੋਂ ਸਾਰਾ ਅਭਿਆਨ ਚਲਾਇਆ ਗਿਆ ਤੇ ਅਸੀਂ ਜਿੱਤੇ, ਪਰ ਨਵਜੋਤ ਸਿੰਘ ਸਿੱਧੂ ਦੇ ਮੁੱਖ ਮੰਤਰੀ ਦਾ ਉਮੀਦਵਾਰ ਨਾ ਰਹਿਣ ਦੀ ਸੂਰਤ 'ਚ ਇੱਕੋ ਹੀ ਇਮਾਨਦਾਰ ਕਿਰਦਾਰ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਸੀ, ਜਿਹੜਾ ਪੂਰੇ ਮਾਲਵੇ ਦੇ ਵਿੱਚ ਖੁੰਡ ਚਰਚਾ ਦਾ ਵਿਸ਼ਾ ਬਣਿਆ ਰਿਹਾ। ਸੋ ਇਸ ਕਰਕੇ ਭਗਵੰਤ ਮਾਨ ਜਿੱਤਣ ਜਾਂ ਹਾਰਨ, ਜਿਵੇਂ ਬੀਬੀ ਹਾਰ ਗਈ ਸੀ ਪੱਛਮੀ ਬੰਗਾਲ ਵਾਲੀ ਮਮਤਾ ਬਨਰਜੀ, ਪਰ ਕਿਉਂਕਿ ਉਹ ਪਾਰਟੀ ਦੀ ਪ੍ਰਧਾਨ ਸੀ ਇਸ ਕਰਕੇ ਉਹ ਮੁੱਖ ਮੰਤਰੀ ਬਣੇ। ਸੋ ਪਰ ਭਗਵੰਤ ਮਾਨ ਦੀ ਸੀਟ ਵਕਾਰੀ ਹੈ। ਹਾਲਾਂਕਿ ਸੰਭਾਵਨਾ ਬਹੁਤ ਘੱਟ ਹੈ ਕਿ ਭਗਵੰਤ ਮਾਨ ਹਾਰਨ। ਕਿਉਂ ਸੰਭਾਵਨਾ ਘੱਟ ਹੈ? ਕਿਉਂਕਿ ਉਹ 2 ਵਾਰ ਦੇ MP ਨੇ ਬਰਨਾਲਾ ਦੇ ਲੋਕ ਸਭਾ ਹਲਕੇ ਤੋਂ। ਹੁਣ ਸਵਾਲ ਅੱਗੇ ਆ ਗਿਆ ਕਿ ਇਸ ਵਾਰ ਬਿਕਰਮ ਸਿੰਘ ਮਜੀਠੀਏ ਦੀ ਇੱਜ਼ਤ, ਸਿਆਸੀ ਇੱਜ਼ਤ ਦਾਅ 'ਤੇ ਹੈ। ਆਪਣੀ ਸੀਟ ਉਹਨਾਂ ਨੇ ਆਪਣੀ ਧਰਮ ਪਤਨੀ ਲਈ ਛੱਡਤੀ ਸੀ। ਉਂਝ ਅਕਾਲੀ ਦਲ ਪਰਿਵਾਰ 'ਚੋਂ ਕਈ ਸੀਟਾਂ ਲੜਿਆ। ਸੁਖਬੀਰ ਬਾਦਲ ਲੜਿਆ, ਬੀਬੀ ਹਰਸਿਮਰਤ ਬਾਦਲ ਪਹਿਲਾਂ ਹੀ MP ਨੇ, ਪ੍ਰਕਾਸ਼ ਸਿੰਘ ਬਾਦਲ ਲੜੇ। ਉਧਰ ਮਜੀਠੀਆ ਸਾਹਿਬ ਦੇ ਪਰਿਵਾਰ 'ਚੋਂ ਬਿਕਰਮ ਮਜੀਠੀਆ ਨਵਜੋਤ ਸਿੰਘ ਸਿੱਧੂ ਸਾਹਮਣੇ ਚਲੇ ਗਏ, ਉਹਨਾਂ ਦੀ ਧਰਮ ਪਤਨੀ ਮਜੀਠਾ ਤੋਂ। ਸੋ 5-6 ਟਿਕਟਾਂ ਤਾਂ ਉਧਰ ਪ੍ਰਤਾਪ ਸਿੰਘ ਕੈਰੋਂ ਵੀ ਲੜੇ, ਪਿਛਲੀ ਵਾਰੀ ਹਾਰ ਗਏ ਸੀ। ਸੋ 5-6 ਸੀਟਾਂ ਤਾਂ ਸ਼੍ਰੋਮਣੀ ਅਕਾਲੀ ਦਲ ਘਰੋਂ ਹੀ ਲੜ ਰਿਹਾ। ਹੁਣ ਸਵਾਲ ਇਹ ਹੈ ਬਿਕਰਮ ਮਜੀਠੀਆ ਕਿੰਨੇ ਨੰਬਰ ਤੇ ਰਹਿੰਦੇ ਨੇ, ਕਿਉਂਕਿ ਨਵਜੋਤ ਸਿੰਘ ਸਿੱਧੂ ਉਵੇਂ ਸੁਰੱਖਿਅਤ ਮੰਨੇ ਜਾ ਰਹੇ ਨੇ ਜਿਵੇਂ ਭਗਵੰਤ ਮਾਨ ਸੁਰੱਖਿਅਤ ਹੈ। ਹਾਲਾਂਕਿ ਸਿਆਸਤ 'ਚ ਹੋ ਕੁਝ ਵੀ ਸਕਦਾ ਹੈ। ਜੇ ਭਗਵੰਤ ਮਾਨ ਹਾਰ ਸਕਦੇ ਨੇ ਤੇ ਨਵਜੋਤ ਸਿੰਘ ਸਿੱਧੂ ਬਾਰੇ ਵੀ ਅਜਿਹਾ ਵਾਪਰ ਸਕਦਾ ਹੈ, ਪਰ ਇਹਦੀ ਸੰਭਾਵਨਾ ਬਹੁਤ ਘੱਟ ਹੈ। ਭਗਵੰਤ ਮਾਨ ਬਾਰੇ ਵੀ ਤੇ ਨਵਜੋਤ ਸਿੰਘ ਸਿੱਧੂ ਬਾਰੇ ਵੀ। ਕਿਉਂ? ਕਿਉਂਕਿ ਇਹ ਦੋਵੇਂ ਲੀਡਰਾਂ ਦੇ ਨਾਲ ਲੋਕਾਂ ਦੀ ਇਹ ਧਾਰਨਾ ਜੁੜੀ ਹੈ ਕਿ ਇਹ ਇਮਾਨਦਾਰ ਨੇ, ਔਰ ਆਮ ਲੋਕ ਸਭ ਤੋਂ ਵੱਧ ਉਸ ਲੀਡਰ ਨੂੰ ਪਸੰਦ ਕਰਦੇ ਨੇ ਜਿਹੜਾ ਇਮਾਨਦਾਰ ਹੋਵੇ, ਕੰਮ ਭਾਵੇਂ ਘੱਟ ਕਰਦਾ ਹੋਵੇ, ਚੋਰ ਠੱਗ ਨਾ ਹੋਵੇ। ਹੁਣ ਸਵਾਲ ਇਹ ਹੈ ਕਿ ਬਿਕਰਮ ਮਜੀਠੀਆ ਨਵਜੋਤ ਸਿੰਘ ਸਿੱਧੂ ਨੂੰ ਚੈਲੰਜ ਕਰਨ ਗਏ। ਕੀ ਬਿਕਰਮ ਮਜੀਠੀਆ ਨਵਜੋਤ ਸਿੰਘ ਸਿੱਧੂ ਵਾਲੇ ਹਲਕੇ ਤੋਂ ਪਹਿਲੇ, ਦੂਜੇ, ਤੀਜੇ, ਚੌਥੇ ਨੰਬਰ ਤੇ ਆ ਸਕਣਗੇ? ਉਹਨਾਂ ਦੀ ਸਿਆਸੀ ਇੱਜ਼ਤ ਦਾਅ 'ਤੇ ਹੈ। ਉਂਝ ਮੇਰੀ ਆਪਣੀ ਸੋਚ ਹੋਵੇ, ਹਾਲਾਂਕਿ ਫੈਸਲਾ 10 ਮਾਰਚ ਨੂੰ ਆਉਣਾ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਬਿਕਰਮ ਮਜੀਠੀਏ ਦੇ ਲਈ ਬਹੁਤ ਵੱਡਾ ਚੈਲੰਜ ਹੈ ਅੰਮ੍ਰਿਤਸਰ ਈਸਟ ਦੇ ਵਿੱਚ ਆਪਣੀ ਥਾਂ ਬਣਾਉਣਾ। ਬਹੁਤ ਵੱਡਾ ਚੈਲੰਜ ਹੈ। ਬਾਕੀ ਲੋਕ ਫੈਸਲਾ ਕਰਦੇ ਨੇ। ਹੁਣ ਨਵਜੋਤ ਸਿੰਘ ਸਿੱਧੂ ਕਿਉਂਕਿ ਲਗਾਤਾਰ ਜਿੱਤਦੇ ਰਹੇ ਨੇ, ਅੱਜ ਤੱਕ ਹਾਰੇ ਨਹੀਂ, ਉਹ ਕਦੀ ਨਹੀਂ ਹਾਰੇ, ਤੇ ਬਿਕਰਮ ਮਜੀਠੀਆ ਤੇ ਸਾਰੇ ਵਿਰੋਧੀ ਇਕੱਠੇ ਹੋ ਗਏ ਸੀ ਲਗਭਗ। ਮਜੀਠੀਆ ਇੱਕ ਪਾਸੇ, ਦੂਜੇ ਵਿਰੋਧੀ ਇੱਕ ਪਾਸੇ। ਕਾਂਗਰਸ ਦੇ ਆਪਣੇ ਵੀ ਕਈ ਸਿੱਧੂ ਨੂੰ ਹਰਾਉਣਾ ਚਾਹੁੰਦੇ ਸੀ, ਇਹ ਤਾਂ ਗੁਪਚੁਪ ਰਿਪੋਰਟਾਂ ਹੈਗੀਆਂ ਹੀ ਆ। ਹੁਣ ਅਜਿਹੀ ਸੂਰਤ 'ਚ ਨਵਜੋਤ ਸਿੰਘ ਸਿੱਧੂ ਅਗਰ ਜਿੱਤਦੇ ਨੇ ਤੇ ਮੂੰਹ ਤੋੜ ਜਵਾਬ ਹੋਊਗਾ। ਅਗਰ 19-21 ਹੋ ਗਈ, ਨਵਜੋਤ ਸਿੰਘ ਸਿੱਧੂ ਨਾ ਜਿੱਤ ਸਕੇ ਤਾਂ ਇਹ ਬਹੁਤ ਵੱਡਾ ਸਿਆਸੀ ਉਲਟ ਫੇਰ ਹੋਏਗਾ। ਇਹਦੇ ਤੇ ਨਜ਼ਰ ਰਹੇਗੀ। ਸੋ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਸਿਆਸੀ ਇੱਜ਼ਤ ਤਾਂ ਦਾਅ 'ਤੇ ਨਹੀਂ ਮੈਂ ਕਹਿ ਸਕਦਾ, ਪਰ ਨਵਜੋਤ ਸਿੰਘ ਸਿੱਧੂ ਦਾ ਵੀ ਵਿਰੋਧੀਆਂ ਦੇ ਨਾਲ ਇੱਕ ਟੈਸਟ ਹੈ ਇਹਨਾਂ ਚੋਣਾਂ ਦੇ ਵਿੱਚ। ਫਿਰ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਨੇ, 2 ਸੀਟਾਂ ਹਾਰ ਗਏ ਸੀ, ਮੌੜ ਮੰਡੀ ਤੋਂ ਤੇ ਗਿੱਦੜਵਾਹਾ ਤੋਂ, ਤੇ ਕਾਂਗਰਸ ਦੀ ਲਹਿਰ 'ਚ ਕਾਂਗਰਸ ਦੀ ਟਿਕਟ 'ਤੇ ਜਿੱਤੇ ਸੀ। ਹੁਣ ਜਦੋਂ ਵਿੱਤ ਮੰਤਰੀ ਰਹੇ ਨੇ 5 ਸਾਲ ਤੇ ਮੁਲਾਜ਼ਮ ਵੀ ਨਾਰਾਜ਼ ਨੇ ਤੇ 200 ਰੁਪਏ ਦਾ ਟੈਕਸ ਵੀ ਮੁਲਾਜ਼ਮਾਂ ਤੇ ਮਨਪ੍ਰੀਤ ਬਾਦਲ ਲਾ ਗਏ, ਤੇ ਮਨਪ੍ਰੀਤ ਬਾਦਲ ਨੂੰ ਵੀ ਪਤਾ ਲੱਗੂਗਾ ਕਿ ਸਿਆਸੀ ਸਬਜ਼ੀ ਦਾ ਭਾਅ ਕੀ ਹੈ। ਕਿਤੇ ਲੋਕ ਤੜਕਾ ਹੀ ਨਾ ਲਾ ਦੇਣ। ਜੀ ਡੱਲਾ ਸਾਹਿਬ, ਮਨਪ੍ਰੀਤ ਬਾਦਲ ਉਹ ਮੰਤਰੀ ਨੇ ਜਿਨ੍ਹਾਂ ਦੇ ਖਿਲਾਫ ਸਭ ਤੋਂ ਵੱਧ ਪਿਛਲੀ ਸਰਕਾਰ ਦੌਰਾਨ ਪ੍ਰਦਰਸ਼ਨ ਹੋਏ ਨੇ, ਸਭ ਤੋਂ ਵੱਧ ਪ੍ਰੋਟੈਸਟ ਹੋਏ ਮਨਪ੍ਰੀਤ ਬਾਦਲ ਦੇ ਖਿਲਾਫ। ਹੁਣ ਮਨਪ੍ਰੀਤ ਬਾਦਲ ਦੀ ਸਿਆਸੀ ਇੱਜ਼ਤ ਦਾਅ 'ਤੇ ਹੈ ਵੀ ਕੀ ਉਹ ਹਵਾ 'ਚ ਹੀ ਜਿੱਤਦੇ ਨੇ ਜਾਂ ਬਿਨਾਂ ਹਵਾ ਤੋਂ ਵੀ ਜਿੱਤ ਸਕਦੇ ਨੇ, ਵਿਪਰੀਤ ਪਰਿਸਥਿਤੀਆਂ 'ਚ ਜਿੱਤ ਸਕਦੇ ਨੇ। ਇਹ ਉਹਨਾਂ ਦੇ ਉੱਤੇ ਹੈ। ਫਿਰ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਬਣਦੇ ਕਹਿੰਦੇ ਰਹਿ ਗਏ। ਬੇਅਦਬੀ ਦੇ ਮਾਮਲਿਆਂ ਤੇ ਕਹਿੰਦੇ ਸੀ ਵੀ ਮੈਂ ਚੱਕ ਦੂੰ ਫਟੇ। ਹੋਇਆ ਤਾਂ ਕੁਛ ਨਹੀਂ ਬੇਅਦਬੀ ਦੇ ਮਾਮਲਿਆਂ ਤੇ। ਬੇਅਦਬੀ ਦਾ ਜਿਹੜਾ ਧਰਨਾ ਸੀ ਉਹ ਵੀ ਚੁਕਵਾਉਣ ਗਏ ਸੀ, ਤੇ ਜਦੋਂ ਨਵਜੋਤ ਸਿੰਘ ਸਿੱਧੂ ਨੇ ਝੋਲੀ ਅੱਡੀ ਸੀ
ਉਦੋਂ ਸੁਖਜਿੰਦਰ ਰੰਧਾਵਾ ਵੀ ਉੱਥੇ ਸੀ। ਇਹਨਾਂ ਦੀ ਵੀ ਸਿਆਸੀ ਇੱਜ਼ਤ ਦਾਅ 'ਤੇ ਹੈ। ਬਰਗਾੜੀ ਦੇ ਮਾਮਲੇ, ਗ੍ਰਿਫਤਾਰੀਆਂ ਜ਼ਿਆਦਾ ਹੋ ਨਹੀਂ ਸਕੀਆਂ ਪੋਲੀਟੀਕਲ ਸੁਖਜਿੰਦਰ ਰੰਧਾਵਾ ਤੋਂ। ਉਂਝ ਸੁਖਜਿੰਦਰ ਰੰਧਾਵਾ ਕੋਲ ਦੀ ਇੱਕ ਪ੍ਰਾਪਤੀ ਬਹੁਤ ਵੱਡੀ ਹੈ, ਮੈਂ ਉਸ ਪ੍ਰਾਪਤੀ ਨੂੰ ਬਹੁਤ ਹੈਰਾਨੀ ਨਾਲ ਦੇਖਦਾ। ਜਿਹੜਾ ਸਤਲੁਜ ਦਾ ਪੁਲ ਹੈ ਜਲੰਧਰ ਲੁਧਿਆਣੇ ਵਾਲਾ, ਉੱਥੇ ਛਾਪਾ ਮਾਰਤਾ ਸੀ ਸੁਖਜਿੰਦਰ ਰੰਧਾਵਾ ਨੇ। ਉੱਥੇ ਥਾਣੇਦਾਰ ਕਹਿੰਦੇ ਸਸਪੈਂਡ ਕਰਤਾ ਸੀ, ਇੱਕ ਦਾ ਮੁਲਾਜ਼ਮ ਸਸਪੈਂਡ ਕਰਤਾ ਸੀ ਜੀ। ਅਖਬਾਰਾਂ 'ਚ ਤਸਵੀਰਾਂ ਵੀ ਉਹ ਆਈਆਂ ਅਖਬਾਰਾਂ 'ਚ ਬਹੁਤ ਆਈਆਂ ਸੀ। ਬਹੁਤ ਵੱਡਾ ਕੰਮ ਦੇਖੋ ਸੁਖਜਿੰਦਰ ਰੰਧਾਵਾ ਨੇ ਕੀਤਾ ਸੀ। ਸੁਖਜਿੰਦਰ ਰੰਧਾਵਾ ਦਾ ਉਹ ਛਾਪਾ ਇਤਿਹਾਸ 'ਚ ਲਿਖਿਆ ਗਿਆ। ਹੁਣ ਇਹ ਨਹੀਂ ਪਤਾ ਕਿਹੜੇ ਅੱਖਰਾਂ ਨਾਲ ਲਿਖਿਆ ਗਿਆ, ਪਰ ਲਿਖਿਆ ਗਿਆ ਇਤਿਹਾਸ 'ਚ। ਇਹ ਵਕਤ ਦੱਸੂ ਵੀ ਕਿਹੜੇ ਅੱਖਰਾਂ ਨਾਲ ਲਿਖਿਆ ਗਿਆ। ਫਿਰ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ, ਇਹਨਾਂ ਦੋਵਾਂ ਭਰਾਵਾਂ ਦੀ ਸਿਆਸੀ ਇੱਜ਼ਤ ਦਾਅ 'ਤੇ ਹੈ। ਇਹ ਪਹਿਲੀ ਵਾਰੀ ਹੋਇਆ ਦੋਵੇਂ ਕਿਸੇ ਨਾਲ ਰਲ ਕੇ ਨਹੀਂ ਲੜੇ, ਨਾ ਕਾਂਗਰਸ ਨਾਲ ਰਲੇ, ਨਾ ਆਪ ਨਾਲ ਰਲੇ, ਨਾ ਅਕਾਲੀਆਂ ਨਾਲ ਰਲੇ, ਨਾ ਬੀਜੇਪੀ ਨਾਲ ਰਲੇ, ਨਾ ਕਿਸਾਨ ਮੋਰਚੇ ਨਾਲ ਰਲੇ, ਇਕੱਲੇ ਲੜੇ ਐਤਕੀ। ਸੋ ਐਤਕੀ ਇਹਨਾਂ ਦੀ ਵੀ ਸਿਆਸੀ ਇੱਜ਼ਤ ਦਾਅ 'ਤੇ ਹੈ। ਵਕਾਰ ਹੈ ਪੂਰਾ ਪੂਰਾ ਵਕਾਰ, ਸਿਆਸੀ ਵਕਾਰ ਦਾਅ 'ਤੇ ਹੈ ਬੈਂਸ ਭਰਾਵਾਂ ਦਾ। ਡੱਲਾ ਸਾਹਿਬ, ਸੀਐਮ ਚੰਨੀ ਦੀਆਂ ਦੋਵੇਂ ਸੀਟਾਂ ਨੂੰ ਲੈ ਕੇ ਵੀ ਪੰਜਾਬ ਸੂਬੇ ਦੇ ਲੋਕਾਂ ਦੀ ਨਜ਼ਰ ਲਗਾਤਾਰ ਉਹਨਾਂ ਸੀਟਾਂ ਤੇ ਬਰਕਰਾਰ ਹੈ। ਇਹ ਵੀ ਹੌਟ ਸੀਟ ਮੰਨੀਆਂ ਜਾ ਰਹੀਆਂ ਨੇ, ਜਿਵੇਂ ਅੰਮ੍ਰਿਤਸਰ ਈਸਟ ਵਾਲੀ ਸੀਟ ਹੈ ਜਿਹੜੀ ਹੌਟ ਸੀਟ ਮੰਨੀ ਜਾ ਰਹੀ ਹੈ। ਬੜਾ ਮੀਡੀਆ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਰਿਹਾ। ਉਧਰੋਂ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਵੀ ਉਹ ਸੀਟ ਵੀ ਮੀਡੀਆ ਦਾ ਕੇਂਦਰ ਰਹੀ ਹੈ। ਦੋਵਾਂ ਬਾਰੇ ਦੱਸੋ, ਕੀ ਸੰਭਾਵਨਾਵਾਂ ਨੇ ਕਿ ਇਹਨਾਂ ਦੋਵੇਂ ਆਗੂਆਂ ਦੀ ਜਿਹੜੀ ਸਿਆਸੀ ਇੱਜ਼ਤ ਹੈ ਉਹ ਵੀ ਦਾਅ 'ਤੇ ਲੱਗੀ ਹੋਈ ਹੈ? ਦੇਖੋ, ਮੈਂ ਬਾਲਾ ਮੀਡੀਆ ਪਿੱਛੇ, ਹੌਟ ਸੀਟਾਂ ਵਾਲੇ ਪਿੱਛੇ ਤਾਂ ਨਹੀਂ ਮੈਂ ਭੱਜਦਾ ਜੀ, ਪਰ ਪੰਜਾਬ 'ਚ ਬਹੁਤ ਸਾਰੀਆਂ ਸੀਟਾਂ ਨੇ ਜਿਨ੍ਹਾਂ ਦੀ ਬਹੁਤ ਵੱਡੀ ਅਹਿਮੀਅਤ ਹੈ ਜੀ। ਹੁਣ ਉਹ ਹੌਟ ਸੀਟ ਮੀਡੀਆ ਨੇ ਤਾਂ ਬਣਾਤੀ ਕਿਉਂਕਿ ਮੀਡੀਆ ਟੈਲੀਵਿਜ਼ਨਾਂ ਦਾ ਖਾਸ ਤੌਰ ਤੇ ਕੰਮ ਪੈਸੇ ਨਾਲ ਚੱਲਦਾ ਹੈ। ਉਹਨਾਂ ਨੇ ਇਸ਼ਤਿਹਾਰ ਸਟੂਰ ਲੈਣੇ ਹੁੰਦੇ, ਇਹ 2-3 ਸੀਟਾਂ ਇਸ ਕਰਕੇ ਉਹ ਇੱਕ ਅੱਧੀ ਸੀਟ ਦੇ ਉੱਤੇ ਵੱਧ ਜ਼ੋਰ ਮਾਰਦੇ ਨੇ ਜੀ। ਇਹਨਾਂ ਸੀਟਾਂ ਤੇ ਜ਼ਿਆਦਾ ਜ਼ੋਰ ਮਾਰਿਆ ਗਿਆ। ਜਿੱਥੋਂ ਤੱਕ ਗੱਲ ਰਹੀ ਚਰਨਜੀਤ ਚੰਨੀ ਦੀ, ਦੋਨੇ ਸੀਟਾਂ ਤੇ ਚਰਨਜੀਤ ਚੰਨੀ ਦਾ ਜਿੱਤਣਾ ਜਾਂ ਹਾਰਨਾ ਮਾਇਨੇ ਰੱਖਦਾ ਹੈ। ਅਗਰ ਇੱਕ ਸੀਟ ਵੀ ਚਰਨਜੀਤ ਚੰਨੀ ਜਿੱਤ ਗਏ ਤਾਂ ਵੀ ਉਹ ਸਿਆਸੀ ਤੌਰ ਤੇ ਮਜ਼ਬੂਤ ਰਹਿਣਗੇ। ਜੇ ਦੋਵਾਂ ਤੇ ਜਿੱਤ ਕੇ ਤਾਂ ਬਹੁਤ ਮਜ਼ਬੂਤ ਰਹਿਣਗੇ, ਤੇ ਜੇ ਦੋਵੇਂ ਨਾ ਜਿੱਤ ਸਕੇ ਤਾਂ ਸਿਆਸੀ ਤੌਰ ਤੇ ਬਹੁਤ ਵੱਡਾ ਝਟਕਾ ਉਹਨਾਂ ਨੂੰ ਲੱਗੂਗਾ। ਦੇਖੋ, ਇਹਨਾਂ ਚੋਣਾਂ ਦੇ ਵਿੱਚ ਕੋਈ ਵੀ ਲੀਡਰ ਹੈ ਅਗਰ ਉਹ ਹਾਰਦਾ ਹੈ ਤਾਂ ਉਹਨੂੰ ਸਿਆਸੀ ਨੁਕਸਾਨ ਹੋਊਗਾ। ਨਵਜੋਤ ਸਿੰਘ ਸਿੱਧੂ ਅਗਰ ਹਾਰਦਾ ਹੈ ਤੇ ਉਹਦੇ 'ਚ ਨਵਜੋਤ ਸਿੰਘ ਸਿੱਧੂ ਦਾ ਨੁਕਸਾਨ ਨਹੀਂ, ਪੰਜਾਬ ਦਾ ਨੁਕਸਾਨ ਹੈ। ਕਿਉਂ? ਕਿਉਂਕਿ ਬਹੁਤੇ ਪੰਜਾਬੀ ਨਹੀਂ ਚਾਹੁੰਦੇ ਨਵਜੋਤ ਸਿੰਘ ਸਿੱਧੂ ਹਾਰਨ। ਕਿਉਂ? ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਇੱਕ ਇਮਾਨਦਾਰੀ ਨਾਲ ਲੜਾਈ ਲੜੀ ਹੈ। ਨਵਜੋਤ ਸਿੰਘ ਸਿੱਧੂ ਨੇ ਅਹੁਦਿਆਂ ਦੀ ਲੜਾਈ ਨਹੀਂ ਲੜੀ। ਬਾਕੀ ਲੀਡਰਾਂ ਨੇ ਅਹੁਦੇ ਹਾਸਲ ਕੀਤੇ, ਕੁਝ ਨਾ ਕੁਝ ਹਾਸਲ ਕੀਤਾ। ਸਿੱਧੂ ਨੇ ਹਾਸਲ ਕੁਝ ਨਹੀਂ ਕੀਤਾ, ਪੰਜਾਬ ਲਈ ਸੰਘਰਸ਼ ਕੀਤਾ ਤੇ ਆਪਣੀ ਤਨਖਾਹ ਵੀ ਬੰਦ ਕਰਾ ਲਈ। ਤੇ ਹੁਣ ਸਾਨੂੰ ਪਤਾ ਨਵਜੋਤ ਸਿੰਘ ਸਿੱਧੂ ਦੀ ਵਿੱਤੀ ਸਥਿਤੀ ਹੈ ਜਿਹੜੀ, ਉਹ ਮੈਨੂੰ ਤਾਂ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੀ ਵਿੱਤੀ ਸਥਿਤੀ ਮੇਰੇ ਨਾਲੋਂ ਵੀ ਜਗਦੀਸ਼ ਜੀ ਕਮਜ਼ੋਰ ਹੋਣੀ ਹੈ ਜੇ ਸੱਚ ਜਾਣੋ ਤਾਂ, ਕਿਉਂਕਿ ਬਹੁਤ ਘੱਟ ਉਹਨਾਂ ਦੇ ਆਮਦਨ ਦਾ, ਇੱਕ ਪੈਨਸ਼ਨ ਹੀ ਰਹਿ ਗਈ ਮੇਰਾ ਖਿਆਲ ਉਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਜਿਹੜੀ ਹਜੇ ਉਹਨਾਂ ਨੂੰ ਆ ਰਹੀ ਹੈ। ਚਲੋ, ਦੂਸਰੀ ਗੱਲ, ਚਰਨਜੀਤ ਚੰਨੀ ਔਰ ਦੂਜੇ ਪਾਸੇ ਸੁਖਬੀਰ ਬਾਦਲ। ਦੇਖੋ, ਸੁਖਬੀਰ ਸਿੰਘ ਬਾਦਲ ਵੀ ਮੁੱਖ ਮੰਤਰੀ ਦਾ ਚਿਹਰਾ ਹੈ। ਸੁਖਬੀਰ ਸਿੰਘ ਬਾਦਲ ਦਾ ਜਿੱਤਣਾ ਹਾਰਨਾ ਵੀ ਉਨੀ ਅਹਿਮੀਅਤ ਰੱਖਦਾ ਹੈ ਜਿੰਨਾ ਨਵਜੋਤ ਸਿੰਘ ਸਿੱਧੂ ਦਾ, ਪ੍ਰਕਾਸ਼ ਸਿੰਘ ਬਾਦਲ ਦਾ ਤੇ ਕੈਪਟਨ ਅਮਰਿੰਦਰ ਦਾ। ਹੁਣ ਕੈਪਟਨ ਅਮਰਿੰਦਰ ਦੀ ਗੱਲ ਤੁਰੀ ਹੈ। ਪਿਛਲੀ ਵਾਰੀ ਕੈਪਟਨ ਅਮਰਿੰਦਰ ਨੇ ਕਿਹਾ ਸੀ ਮੇਰੀ ਆਖਰੀ ਚੋਣ ਹੈ 2017 'ਚ। ਸੋ ਇੱਕ ਗੱਲ ਤਾਂ ਪਤਾ ਲੱਗ ਗਈ ਵੀ ਕੈਪਟਨ ਅਮਰਿੰਦਰ ਵੀ ਆਪਣੀ ਜ਼ੁਬਾਨ ਦੇ ਪੱਕੇ ਨਹੀਂ। ਇੱਕ ਗੱਲ ਤੇ ਉਹਨਾਂ ਨੇ ਆਪ ਹੀ ਮੋਹਰ ਲਾ ਲਈ ਵੀ ਭਾਈ ਮੈਂ ਆਪਣੀ ਜ਼ੁਬਾਨ ਦਾ ਪੱਕਾ ਨਹੀਂ। ਇਸ ਕਰਕੇ ਕਿਸਾਨਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਜੇ ਘਰ ਘਰ ਕਰਜ਼ਾ ਮਾਫ ਨਹੀਂ ਹੋਇਆ, ਜੇ ਘਰ ਘਰ ਮੋਬਾਈਲ ਨਹੀਂ ਮਿਲਿਆ, ਜੇ ਸਮੁੱਚੀ ਕਿਸਾਨੀ ਦਾ ਕਰਜ਼ ਮਾਫ ਨਹੀਂ ਹੋਇਆ, ਜੇ ਨਸ਼ੇ ਦਾ ਲੱਕ ਨਹੀਂ ਟੁੱਟਿਆ, ਜੇ ਤੁਹਾਨੂੰ ਘਰੇ ਘਰੇ ਨੌਕਰੀ ਨਹੀਂ ਮਿਲੀ, ਤੇ ਤੁਸੀਂ ਸਮਝੋ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਮੇਰੀ ਆਖਰੀ ਚੋਣ ਹੈ। ਉਹ ਆਪਣੇ ਕਹੇ ਤੇ ਆਪਣੇ ਲਈ ਨਹੀਂ ਖੜ ਸਕੇ ਤੇ ਤੁਹਾਡੇ ਲਈ ਕਿੱਥੋਂ ਖੜਦੇ? ਇਹ ਵੀ ਉਂਝ ਇੱਕ ਸਵਾਲ ਹੈ। ਬਾਕੀ ਕੈਪਟਨ ਅਮਰਿੰਦਰ ਕੋਲੇ ਤਜਰਬਾ ਬਹੁਤ ਹੈ, ਫੌਜ 'ਚੋਂ ਅਸਤੀਫਾ ਦੇ ਕੇ ਆਏ ਦੇਖੋ ਕੈਪਟਨ ਅਮਰਿੰਦਰ। ਸੋ ਕਈ ਵਾਰੀ ਅਸਤੀਫੇ ਦਿੱਤੇ ਕੈਪਟਨ ਅਮਰਿੰਦਰ ਨੇ, ਬੜੀ ਕਾਬਲੀਅਤ ਹੈ ਕੈਪਟਨ ਅਮਰਿੰਦਰ ਦੀ ਵੀ। ਹੁਣ ਦੇਖੋ ਬੀਜੇਪੀ ਦੇ ਨਾਲ ਗੱਠਜੋੜ 'ਚ ਲੜੇ ਨੇ, ਨਵੀਂ ਪਾਰਟੀ ਬਣਾਈ ਉਹਨਾਂ ਨੇ 75 ਸਾਲ ਦੀ ਉਮਰ 'ਚ। ਹਾਕੀ ਖੁੱਦੋ ਉਹਦਾ ਚੋਣ ਨਿਸ਼ਾਨ ਹੈ, ਹਾਕੀ ਬਾਲ ਸਾਡੇ ਪਿੰਡਾਂ 'ਚ ਖੁੱਦੋ ਕਹਿੰਦੇ ਸੀ। ਡੱਲਾ ਸਾਹਿਬ, ਵੱਖੋ ਵੱਖਰੇ ਸਰਵੇਖਣ ਵੀ ਅਖਬਾਰਾਂ ਦੇ ਵਿੱਚ ਆ ਰਹੇ ਨੇ ਅੱਜ ਕੱਲ੍ਹ। ਪਾਰਟੀਆਂ ਨੇ ਆਪਣੇ, ਇਹ ਵੀ ਖਬਰ ਆਈ ਹੈ ਕਿ ਅੰਦਰੂਨੀ ਤੌਰ ਤੇ ਵੀ ਸਰਵੇਖਣ ਕਰਵਾਏ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ। ਅੰਦਰੂਨੀ ਸਰਵੇਖਣ ਵੀ ਚੱਲ ਰਹੇ ਨੇ। ਡੱਲਾ ਸਾਹਿਬ, ਇਹ ਅੰਦਰੂਨੀ ਸਰਵੇਖਣ ਕੀ ਕਹਿੰਦੇ ਨੇ ਪਾਰਟੀਆਂ? ਦੇਖੋ, ਪਾਰਟੀਆਂ ਦੇ ਅੰਦਰੂਨੀ ਸਰਵੇਖਣ ਤਾਂ ਬੰਦ ਹੀ ਨਹੀਂ ਹੋ ਰਹੇ। ਇੱਕ ਕੰਪਨੀ ਤੋਂ ਸਰਵੇਖਣ ਕਰਾਉਂਦੇ ਨੇ, ਉਹ ਕੰਪਨੀ ਕਹਿ ਦਿੰਦੀ ਹੈ ਤੁਹਾਡੀ ਸਰਕਾਰ ਨਹੀਂ ਬਣ ਰਹੀ ਜੀ। ਇਹ ਕਹਿੰਦੇ ਨਹੀਂ ਜੀ ਨਹੀਂ,
ਤੁਹਾਨੂੰ ਸਰਵੇਖਣ ਨਹੀਂ ਕਰਨਾ ਆਇਆ, ਕਿਸੇ ਹੋਰ ਕੰਪਨੀ ਤੋਂ ਕਰਾਉਂਦੇ ਆ। ਸੋ ਇਸ ਕਰਕੇ ਜਿਹੜੀ ਭਾਵੇਂ ਕਾਂਗਰਸ ਹੈ, ਭਾਵੇਂ ਆਮ ਆਦਮੀ ਪਾਰਟੀ, ਭਾਵੇਂ ਅਕਾਲੀ ਦਲ, ਭਾਵੇਂ ਕੋਈ ਹੋਰ, ਇੱਕ ਆਨੇ ਬਹਾਨੇ ਸਰਵੇਖਣ ਜੇ ਕਰਾਈ ਤੁਰੀ ਜਾਂਦੇ ਨੇ। ਹੁਣ ਗੱਲ ਇਹ ਹੈ ਕਿ ਕੋਈ ਵੀ ਧਿਰ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਉਹਨਾਂ ਦੇ ਅੰਦਰੂਨੀ ਸਰਵੇਖਣਾਂ ਦੇ ਵਿੱਚ ਵੀ ਉਹਨਾਂ ਨੂੰ ਭਰੋਸਾ ਜਾਂ ਨਹੀਂ ਹੋ ਰਿਹਾ। ਉਹ ਕਿਉਂ? ਕਿਉਂਕਿ ਪਿਛਲੀ ਵਾਰੀ ਆਮ ਆਦਮੀ ਪਾਰਟੀ ਦੇ ਸਰਵੇਖਣ 100 ਸੀਟਾਂ ਕਹਿੰਦੇ ਸੀ, ਇਹਨਾਂ ਨੇ ਤਾਂ ਪੋਸਟਰ ਛਾਪਤੇ ਸੀ। ਪਿਛਲੀ ਵਾਰੀ ਤਾਂ ਚੋਣਾਂ ਦੇ ਰਿਜ਼ਲਟ ਤੋਂ ਪਹਿਲਾਂ ਰੌਲਾ ਪਿਆ ਹੋਇਆ ਸੀ ਵੀ ਕਿਹੜੇ ਵਿਅਕਤੀ ਨੂੰ ਕਿਹੜਾ ਮੰਤਰੀ ਦੇਣਾ। ਮੈਂ ਤਾਂ 2017 ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੰਭਾਵੀ ਗ੍ਰਹਿ ਮੰਤਰੀ ਨੂੰ ਵੀ ਮਿਲ ਲਿਆ ਸੀ। ਸੋ ਇਸ ਕਰਕੇ ਚਾਅ 'ਚ ਕਈਆਂ ਨੇ ਪਿਛਲੀ ਵਾਰੀ ਇਹ ਵੀ ਸੁਪਨਾ ਪਾਲ ਲਿਆ ਸੀ ਵੀ ਲੈ ਭਾਈ ਮੇਰੇ ਕੋਲੇ ਵਿੱਤ ਮੰਤਰੀ ਬਣੂ, ਮੈਂ ਖੇਡ ਮੰਤਰੀ ਬਣੂ, ਤੇ ਮੈਂ ਪੰਜਾਬ 'ਚ ਬਣੂ ਸਹਿਕਾਰਤਾ ਮੰਤਰੀ, ਤੇ ਮੇਰੇ ਕੋਲੇ ਆਊਗਾ ਮਾਲ ਮਹਿਕਮਾ। ਸੁਪਨੇ ਪਾਲ ਲੈਂਦੇ ਆ ਨਾ ਲੋਕ। ਦੇਖੋ ਸੁਪਨੇ ਤਾਂ ਹਰੇਕ ਦਾ ਹੱਕ ਹੈ। ਤੇ ਪਿਛਲੀ ਵਾਰੀ ਹਾਸੇ ਮਜ਼ਾਕ 'ਚ ਹੀ ਸਹੀ ਇਹ ਮੰਤਰਾਲੇ ਵੰਡ ਲਏ ਸੀ 2017 ਦੇ ਨਤੀਜੇ ਤੋਂ ਪਹਿਲਾਂ, ਤੇ ਬਾਅਦ ਦੇ ਵਿੱਚ ਬਿਨਾਂ ਮੰਤਰੀ ਦੀ ਸਹੁੰ ਚੁੱਕੀ ਉਹ ਸੁਪਨਾ ਜਿਹੜਾ ਉਹਨੂੰ ਪੂਰਨਾ ਪਿਆ। ਹੁਣ ਇਸ ਵਾਰ ਖੁੱਲ੍ਹ ਕੇ ਕੋਈ ਵੀ ਆਪਣਾ ਸੁਪਨਾ ਸਾਂਝਾ ਨਹੀਂ ਕਰ ਰਿਹਾ, ਭਾਵੇਂ ਆਮ ਆਦਮੀ ਪਾਰਟੀ ਵਾਲੇ ਹੈ, ਭਾਵੇਂ ਅਕਾਲੀ ਵਾਲੇ ਹੈ, ਭਾਵੇਂ ਕੈਪਟਨ ਅਮਰਿੰਦਰ ਵੀ। ਇੱਕ ਵਾਰੀ ਕੈਪਟਨ ਅਮਰਿੰਦਰ ਵੀ 2012 'ਚ ਕਹਿੰਦੇ ਟੈਂਟ ਟੁੰਟ ਲਾ ਲਏ ਸੀ ਉਹਨਾਂ ਨੇ ਵੀ। ਲੱਡੂ ਲੁੱਡੂ ਪਹਿਲਾਂ ਹੀ ਆਰਡਰ ਦਿੱਤੇ ਸੀ। ਮੈਂ ਇੱਕ ਪ੍ਰੋਗਰਾਮ 'ਚ ਕਿਹਾ ਵੀ ਸੀ ਭਾਈ ਲੱਡੂਆਂ ਦੇ ਆਰਡਰ 10 ਮਾਰਚ ਨਤੀਜੇ ਤੋਂ ਬਾਅਦ ਦਿਓ। ਜਦੋਂ ਵੋਟਾਂ ਦੀ ਗਿਣਤੀ 'ਚ ਟ੍ਰੈਂਡ ਆਉਂਦਾ ਨਾ, ਜਦੋਂ ਟ੍ਰੈਂਡ ਆਵੇ ਅਸੀਂ ਵੀ ਲਾਈਵ ਦਿਖਾਵਾਂਗੇ 7 ਵਜੇ ਤੋਂ, ਮੈਂ ਆਪ ਬੈਠੂੰਗਾ। ਸੋ ਜਦੋਂ ਟ੍ਰੈਂਡ 12-1 ਵਜੇ ਤੱਕ ਦਾ ਆ ਜੇ ਫਿਰ ਲੱਡੂਆਂ ਦੇ ਆਰਡਰ ਦੇਣ ਦੀ ਲੋੜ ਹੈ। ਐਵੇਂ ਵਕਤ ਤੋਂ ਪਹਿਲਾਂ ਲੱਡੂਆਂ ਦੇ ਆਰਡਰ ਨਾ ਦੇ ਦਿਓ ਜੀ। ਡੱਲਾ ਸਾਹਿਬ ਪੈਸੇ ਪਹਿਲਾਂ ਫੜਾਇਓ ਹਲਵਾਈਆਂ ਨੂੰ। ਉਤਸ਼ਾਹ ਤਾਂ ਬਹੁਤ ਹੈ ਲੱਡੂ ਸਾਡੇ ਜੇ ਅਸੀਂ ਆਗੂਆਂ 'ਚ ਉਤਸ਼ਾਹ ਬੜਾ। ਡੱਲਾ ਸਾਹਿਬ ਦਾਵਾ ਅੱਜ ਸੁਖਬੀਰ ਬਾਦਲ ਹੁਣਾਂ ਨੇ ਵੀ ਕਰਤਾ ਵੀ 80 ਤੋਂ ਵੱਧ ਸੀਟਾਂ ਅਸੀਂ ਜਿੱਤਾਂਗੇ। ਦੇਖੋ ਜਿਹੜੀ ਸਿਆਸਤ ਹੈ ਨਾ, ਦੇਖੋ ਸਿਆਸਤ ਕੀ ਹੁੰਦਾ। ਹੁਣ ਤੁਸੀਂ ਯੂਕਰੇਨ ਤੇ ਰਸ਼ੀਆ 'ਚ ਜੋ ਕੁਝ ਵਾਪਰ ਰਿਹਾ ਹੈ, ਹਰ ਮੁਲਕ ਦੱਸੀ ਜਾਂਦਾ, ਸਾਡੇ ਕੋਲੇ ਟੀਵੀਆਂ ਵਾਲੇ ਦੱਸੀ ਜਾਂਦੇ ਹਰ ਮੁਲਕ ਦਾ ਵੀ ਇਹਨਾਂ ਕੋਲੇ ਇੰਨੇ ਨਿਊਕਲੀਅਰ ਬੰਬ ਹੈ, ਇਹਨਾਂ ਕੋਲੇ ਇੰਨੇ ਨਿਊਕਲੀਅਰ ਬੰਬ ਹੈ, ਇਹਨਾਂ ਕੋਲੇ ਇੰਨੇ ਪਰਮਾਣੂ ਬੰਬ ਹੈ। ਸੋ ਇਸੇ ਕਰਕੇ ਪੋਲੀਟੀਕਲ ਪਾਰਟੀਆਂ ਸਾਰੀਆਂ ਹੀ ਕਹਿਣਗੀਆਂ ਅਸੀਂ 80 ਜਿੱਤਾਂਗੇ, ਅਸੀਂ 70 ਜਿੱਤਾਂਗੇ, ਕਿਉਂਕਿ ਕੁਝ ਚੀਜ਼ਾਂ ਸਿਰਫ ਕਹਿਣ ਨੂੰ ਹੁੰਦੀਆਂ। ਕੁਝ ਚੀਜ਼ਾਂ ਕਹਿਣ ਨੂੰ ਹੁੰਦੀਆਂ ਨੇ। ਪੋਲੀਟੀਕਲ ਪਾਰਟੀਆਂ ਵੀ ਸਾਰੀਆਂ ਹੀ ਇਹ ਦਾਅਵਾ ਕਰਨਗੀਆਂ, ਕੋਈ ਨਹੀਂ ਕਹੂਗਾ ਅਸੀਂ ਹਾਰ ਜਾਵਾਂਗੇ ਜਦ ਤੱਕ ਨਤੀਜਾ ਨਹੀਂ ਆਉਂਦਾ। ਸੋ ਅਸਲ ਤਾਂ ਪਤਾ 10 ਮਾਰਚ ਨੂੰ ਲੱਗਣਾ। ਬਾਕੀ ਜਿਹੜੇ ਆ ਸਰਵੇਖਣ ਨੇ ਇਹ ਅੰਦਾਜ਼ੇ ਜਿਹੇ ਹੁੰਦੇ ਆ ਜਗਦੀਸ਼ ਜੀ। ਇਸ ਵਾਰ ਸਥਿਤੀ ਹੈ ਜਿਹੜੀ ਉਹ ਇੱਕ ਤਾਂ ਸਥਿਤੀ ਉਹ ਹੈ ਜਿਹੜੀ ਸਾਰੇ ਲੋਕਾਂ ਨੂੰ ਪਤਾ, ਮੈਂ ਦੱਸਣੀ ਨਹੀਂ ਕਿਹੜੀ ਹੈ। ਉਹ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਤੇ ਆ ਸੁਣਨ ਵਾਲਿਆਂ ਨੂੰ ਵੀ ਪਤਾ ਵੀ ਕੀ ਹੋ ਸਕਦਾ ਹੈ। ਇੱਕ ਤਾਂ ਉਹ ਸਥਿਤੀ ਹੈ ਜਿਹੜੀ ਹੋ ਸਕਦੀ, ਤੇ ਦੂਜੀ ਸਥਿਤੀ ਹੈ ਖਿਚੜੀ ਕਿ ਸ਼ਾਇਦ ਕਿਸੇ ਦੀਆਂ ਵੀ ਨਾ ਆਉਣ। ਦੂਜੀ ਸਥਿਤੀ ਆ ਹੈ। ਐਤਕੀ 2 ਹੀ ਸਥਿਤੀਆਂ ਨੇ। ਇੱਕ ਸਥਿਤੀ ਸਭ ਨੂੰ ਪਤਾ ਜੀ। ਡੱਲਾ ਸਾਹਿਬ ਮਜੀਠੀਆ, ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ। 2 ਘੰਟੇ ਕਹਿੰਦੇ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦਾ ਜੰਮ ਕੇ ਵਿਰੋਧ ਕੀਤਾ। ਉਹਨਾਂ ਕਿਹਾ ਕਿ ਥੋੜ੍ਹੇ ਦਿਨ ਰਹਿ ਗਏ ਨੇ ਪੰਜਾਬ ਸਰਕਾਰ ਦੇ, ਹੁਣ ਸਾਡੀ ਸਰਕਾਰ ਆਉਣ ਵਾਲੀ ਹੈ, ਸਾਡੀ ਸਰਕਾਰ ਆਊਗੀ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊ। ਮਜੀਠੀਆ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਮਜੀਠੀਆ ਜਿਹੜਾ ਉਹ ਨਿਰਦੋਸ਼ ਸਾਬਤ ਹੋਣਗੇ। ਦੇਖੋ ਬਿਕਰਮ ਮਜੀਠੀਆ ਹੁਣੇ ਇਸ ਵਕਤ ਜੇਲ੍ਹ 'ਚ ਨੇ। ਸਮੇਂ-ਸਮੇਂ ਤੇ ਪੋਲੀਟੀਕਲ ਲੀਡਰ ਜੇਲ੍ਹ 'ਚ ਜਾਂਦੇ ਨੇ, ਜਿਹਦੇ ਪਿੱਛੇ ਜਿਸ ਵਿਅਕਤੀ ਨੂੰ ਤਾਂ ਘਰ ਦੀ ਦਿੱਕਤ ਹੋਵੇ ਵੀ ਘਰ 'ਚ ਕੋਈ ਕਮਾਉਣ ਵਾਲਾ ਹੈ ਨਹੀਂ, ਕੋਈ ਰੋਟੀ ਵਾਲਾ ਹੈ ਨਹੀਂ, ਉਹ ਤਾਂ ਬਹੁਤ ਜ਼ਿਆਦਾ ਮਾਨਸਿਕ ਤਣਾਅ 'ਚ ਰਹਿੰਦਾ ਹੈ। ਜਿਹੜੇ ਲੀਡਰਾਂ ਨੂੰ ਇਹ ਪਤਾ ਹੈ ਵੀ ਸਾਡੇ ਕੋਲੇ ਨਾ ਪੈਸੇ ਦੀ ਕਮੀ ਹੈ, ਨਾ ਪਰਿਵਾਰ 'ਚ ਇਸ ਗੱਲ ਦੀ ਕਮੀ ਹੈ ਵੀ ਕੋਈ ਦੇਖਣ ਵਾਲਾ ਹੈ ਨਹੀਂ, ਉਹ ਵਿਅਕਤੀ ਜੇਲ੍ਹ ਮਾਨਸਿਕ ਤੌਰ ਤੇ ਮਜ਼ਬੂਤ ਹੋ ਕੇ ਕੱਟਦਾ। ਤੇ ਬਿਕਰਮ ਮਜੀਠੀਏ ਦੀ ਪਾਰਟੀ ਨਾਲ ਖੜੀ ਹੈ, ਬਿਕਰਮ ਮਜੀਠੀਏ ਦੇ ਵਲੰਟੀਅਰਸ ਨਾਲ ਖੜੇ ਨੇ, ਵਕੀਲ ਐਡੀ ਵੱਡੀ ਗਿਣਤੀ 'ਚ ਨਾਲ ਖੜੇ ਨੇ। ਨਹੀਂ ਤਾਂ ਆਮ ਵਿਅਕਤੀ ਨੂੰ ਤਾਂ ਵਕੀਲ ਦੀ ਵੀ ਚਿੰਤਾ ਹੁੰਦੀ ਹੈ ਵੀ ਭਾਈ ਆਪਾਂ ਸਿਆਣਾ ਵਕੀਲ ਕਿੱਥੋਂ ਲੱਭੀਏ, ਕਿਸੇ ਤੋਂ ਪੁੱਛ ਪੱਛ ਕੇ ਫਿਰ ਵਕੀਲ ਸਾਹਿਬ ਦੀਆਂ ਫੀਸਾਂ ਹੁੰਦੀਆਂ। ਦੇਖੋ ਹਰ ਕਿਸੇ ਦੀ ਫੀਸ ਹੈ। ਸੋ ਬਿਕਰਮ ਮਜੀਠੀਏ ਨੂੰ ਕਮੀ ਕੋਈ ਨਹੀਂ। ਅਕਾਲੀ ਦਲ ਦਾ ਲੀਗਲ ਵਿੰਗ ਨਾਲ ਖੜਾ। ਹੁਣ ਬਿਕਰਮ ਮਜੀਠੀਆ ਔਰ ਅਕਾਲੀ ਦਲ ਵਾਲੇ ਬਾਹਰ ਪੈਰਵਾਈ ਕਰਨ ਨੂੰ ਹੈ। ਜਿਵੇਂ ਮੈਂ ਪਹਿਲਾਂ ਕਿਹਾ ਸੀ, ਜੇ ਤਾਂ ਸਰਕਾਰ ਅਕਾਲੀ ਬੀਜੇਪੀ ਦੀ ਆ ਗਈ ਫਿਰ ਬਿਕਰਮ ਮਜੀਠੀਏ ਦੀ ਮਦਦ ਹੋ ਜੂਗੀ ਕਿਤੇ ਨਾ ਕਿਤੇ, ਕਿਉਂਕਿ ਇਤਿਹਾਸ ਹੈ ਨਾ, ਸਿਸਟਮ ਸਾਡਾ ਦੱਸਦਾ। ਕੈਪਟਨ ਤੇ ਪਰਚਾ ਹੋਇਆ ਸੀ, ਜਦੋਂ ਸਰਕਾਰ ਆਈ ਉਹ ਲਗਭਗ ਬਰੀ ਹੋ ਗਿਆ। ਅਕਾਲੀਆਂ ਤੇ ਪਰਚਾ ਹੋਇਆ ਸੀ, ਜਦੋਂ ਅਕਾਲੀਆਂ ਦੀ ਸਰਕਾਰ ਆਈ ਉਹ ਬਰੀ ਹੋ ਗਈ। ਇਸ ਕਰਕੇ ਸਾਡਾ ਸਿਸਟਮ ਇਹੋ ਜਿਹਾ ਜੀ। ਡੱਲਾ ਸਾਹਿਬ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ, ਮਜੀਠੀਆ ਸਾਹਿਬ ਦਾ ਜਨਮ ਦਿਨ ਵੀ ਹੈ। ਪਾਰਟੀ ਵਰਕਰਾਂ ਨੇ ਜੇਲ੍ਹ ਦੇ ਬਾਹਰ ਕੇਕ ਕੱਟ ਕੇ ਜਨਮ ਦਿਨ ਮਨਾਇਆ ਤੇ ਮੁਬਾਰਕਬਾਦ ਵੀ ਦਿੱਤੀ ਹੈ। ਸਾਡੇ ਵੱਲੋਂ ਵੀ ਸ਼ੁਭ ਕਾਮਨਾਵਾਂ ਨੇ। ਬਿਕਰਮ ਸਿੰਘ ਮਜੀਠੀਆ ਚੜ੍ਹਦੀ ਕਲਾ 'ਚ ਰਹਿਣ। ਫੈਸਲਾ ਅਦਾਲਤ ਨੇ ਕਰਨਾ ਹੈ। ਅਗਰ ਉਹ ਨਿਰਦੋਸ਼ ਨੇ ਤੇ ਬਰੀ ਹੋ ਜਾਣ,
ਅਗਰ ਅਦਾਲਤ ਅਗਰ ਉਹਨਾਂ ਨੂੰ ਦੋਸ਼ੀ ਕਰਾਰ ਦਿੰਦੀ ਹੈ ਤੇ ਫਿਰ ਇਹ ਅਦਾਲਤ ਦਾ ਫੈਸਲਾ ਹੋਊਗਾ। ਅਸੀਂ ਅਰਦਾਸ ਕਰਦੇ ਹਾਂ ਵੀ ਸਾਰੇ ਲੋਕ ਨੇ ਜਿਹੜੇ ਉਹ ਚੜ੍ਹਦੀ ਕਲਾ 'ਚ ਰਹਿਣ, ਸੱਚ ਦੇ ਰਾਹ 'ਤੇ ਚੱਲਣ। ਜੇ ਕਿਸੇ ਨਾਲ ਬੇਇਨਸਾਫੀ ਹੋਈ ਹੈ ਤੇ ਰੱਬ ਇਨਸਾਫ ਕਰ ਦੇ, ਤੇ ਜੇ ਕਿਸੇ ਨੇ ਸੱਚਮੁੱਚ ਧੱਕਾ ਕੀਤਾ ਹੈ ਤਾਂ ਵੀ ਰੱਬ ਇਨਸਾਫ ਕਰ ਦੇ। ਬਾਕੀ ਜਨਮ ਦਿਨ ਦੀਆਂ ਮੁਬਾਰਕਾਂ। ਬਾਹਰ ਜੇਲ੍ਹ ਦੇ ਕੇਕ ਕਟਿਆ ਗਿਆ, ਬੜੀ ਖੁਸ਼ੀ ਦੀ ਗੱਲ ਹੈ। ਕੇਕ ਕੱਟਣਾ ਸਾਰਿਆਂ ਦਾ ਹੱਕ ਹੈ। ਸੋ ਕੇਕ ਸਾਰਿਆਂ ਨੇ ਖਾਧਾ ਤੇ ਬਿਕਰਮ ਮਜੀਠੀਏ ਦੇ ਕੱਲ੍ਹ ਲੰਘੇ ਹੋਏ ਜਨਮ ਦਿਨ ਦੀਆਂ ਤੁਹਾਨੂੰ ਵੀ ਸਭ ਨੂੰ ਮੁਬਾਰਕਾਂ ਜੀ। ਡੱਲਾ ਸਾਹਿਬ, ਰੂਸ ਤੇ ਯੂਕਰੇਨ ਦੀ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਹੈ। ਇਹ ਵੀ ਖਬਰਾਂ ਆ ਰਹੀਆਂ ਨੇ ਕਿ ਰੂਸ ਜਿਹੜੇ ਆਪਣੇ ਹਮਲੇ ਆ ਉਹ ਤੇਜ਼ ਕਰ ਰਿਹਾ। ਭਾਰਤੀ ਵਿਦਿਆਰਥੀ, ਭਾਰਤੀ ਨਾਗਰਿਕ ਬਹੁ ਗਿਣਤੀ ਦੇ ਵਿੱਚ ਹਾਲੇ ਵੀ ਫਸੇ ਹੋਏ ਨੇ, ਕੁਝ ਵਾਪਸ ਵੀ ਆ ਗਏ ਨੇ। ਵੱਖੋ ਵੱਖਰੀਆਂ ਸੰਸਥਾਵਾਂ ਤੇ ਸਿਆਸੀ ਪਾਰਟੀਆਂ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦੀ ਉੱਥੇ ਫਸੇ ਹੋਏ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਿਆ ਜਾਵੇ। ਪੰਜਾਬ ਦੀਆਂ ਕਾਫੀ ਪਾਰਟੀਆਂ ਤੇ ਆਗੂਆਂ ਨੇ ਵੀ ਅਪੀਲ ਕੀਤੀ ਹੈ। ਦੇਖੋ ਹੁਣ ਇਹਦੇ ਤੇ ਸਿਆਸਤ ਹੋਣ ਲੱਗ ਗਈ। ਵੈਸੇ ਇੱਕ ਦੁੱਖ ਦੀ ਖਬਰ ਵੀ ਹੈ ਕਿ ਇੱਕ ਸਾਡਾ ਵਿਦਿਆਰਥੀ ਕਿਸੇ ਸੂਬੇ ਦਾ ਉਹ ਸਮਾਨ ਲੈਣ ਗਿਆ ਸੀ ਦੁਕਾਨ ਤੇ ਉਹ ਹਮਲੇ ਦਾ ਸ਼ਿਕਾਰ ਹੋ ਗਿਆ, ਚੜ੍ਹਾਈ ਕਰ ਗਿਆ। ਪ੍ਰਧਾਨ ਮੰਤਰੀ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਗੱਲ ਵੀ ਕੀਤੀ ਹੈ। ਦੇਖੋ ਇੱਕ ਗੱਲ ਤਾਂ ਤੈਅ ਹੈ ਨਾ, ਜਦੋਂ ਜੰਗ ਦਾ ਮੈਦਾਨ ਹੈ ਤੇ ਕੁਝ ਵੀ ਵਾਪਰ ਸਕਦਾ ਹੈ। ਤੇ ਜਿਹੜੇ ਫੌਜੀ ਸ਼ਹੀਦ ਹੋ ਰਹੇ ਨੇ ਉਹ ਵੀ ਤਾਂ ਕਿਸੇ ਮਾਂ ਦੇ ਪੁੱਤ ਹੀ ਨੇ ਨਾ, ਉਹ ਵੀ ਕਿਸੇ ਦੇ ਪਰਿਵਾਰਕ ਮੈਂਬਰ ਨੇ। ਇਸ ਕਰਕੇ ਮੈਂ ਇਹ ਕਹੂੰਗਾ ਕਿ ਜੰਗ 'ਚ ਸਾਡਾ ਇਹ ਵਿਦਿਆਰਥੀ ਸੀ ਉੱਥੇ, ਭਾਵੇਂ ਇਹ ਫੌਜੀ ਨਹੀਂ ਸੀ ਪਰ ਫਿਰ ਵੀ ਫੌਜੀ ਹੋਈ ਸੀ, ਕਿਉਂਕਿ ਇਹ ਲੜਾਈ ਲੜ ਰਿਹਾ ਸੀ ਦੂਜੇ ਮੁਲਕ 'ਚ ਜਾ ਕੇ ਸਿਸਟਮ ਦੇ ਨਾਲ। ਔਰ ਜਦੋਂ ਅਚਾਨਕ ਹੀ ਦੋ ਮੁਲਕਾਂ ਦੀਆਂ ਜੰਗਾਂ ਹੋ ਜਾਂਦੀਆਂ ਨੇ ਤੇ ਸਾਡੇ ਜਿੰਨੇ ਸੰਗਠਨ ਨੇ ਉਹ ਸੰਗਠਨ ਲਗਭਗ ਉਹਨਾਂ ਦੀ ਸਮਰੱਥਾ ਰਹਿੰਦੀ ਨਹੀਂ, ਜ਼ੀਰੋ ਹੋ ਜਾਂਦੀ ਹੈ। ਭਾਵੇਂ ਮਨੁੱਖੀ ਅਧਿਕਾਰ ਸੰਗਠਨ ਨੇ ਤੇ ਭਾਵੇਂ ਸਾਡੇ ਆ ਨਾਟੋ ਨੇ। ਇਹ ਸਾਰਿਆਂ ਦਾ ਬਹੁਤਾ ਜ਼ਿਆਦਾ ਫਿਰ ਪ੍ਰਭਾਵ ਰਹਿ ਨਹੀਂ ਜਾਂਦਾ ਜਦੋਂ ਵੱਡੀਆਂ ਜੰਗਾਂ ਹੁੰਦੀਆਂ ਨੇ, ਕਿਉਂਕਿ ਗੱਲ ਇਹੀ ਨਹੀਂ ਸਮਝ ਆਉਂਦੀ ਕਿ ਸਹੀ ਕੌਣ ਸੀ, ਗਲਤ ਕੌਣ ਸੀ, ਜੰਗ ਪਿੱਛੇ ਕਿਹੜਾ ਵਿਅਕਤੀ ਜ਼ਿੰਮੇਦਾਰ ਹੈ। ਇੱਕ ਪੱਖ ਹੈ ਉਹ ਰੂਸ ਦੇ ਹੱਕ 'ਚ ਹੈ, ਇੱਕ ਪੱਖ ਹੈ ਯੂਕਰੇਨ ਦੇ ਹੱਕ 'ਚ ਹੈ। ਸੋ ਕੜਮੱਸ ਜਿਹਾ ਮਚਿਆ ਪਿਆ। ਪਰ ਮੈਂ ਕਹੂੰਗਾ ਇਹ ਸਾਡਾ ਵਿਦਿਆਰਥੀ ਵੀ ਉੱਥੇ ਸ਼ਹੀਦ ਹੋ ਗਿਆ, ਇਹਨੂੰ ਸ਼ਹੀਦ ਦਾ ਦਰਜਾ ਦੇ ਦੇਣਾ ਚਾਹੀਦਾ ਹੈ ਤੇ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਹੈ। ਤੇ ਜਿਹੜੇ ਫਸੇ ਹੋਏ ਨੇ, ਭਾਰਤ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਇਸ ਤੋਂ ਵੱਧ ਕੋਸ਼ਿਸ਼ ਜਿੰਨੀ ਹੋ ਸਕੇ ਕਰਨੀ ਚਾਹੀਦੀ ਹੈ। ਇਹਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਵੀ ਭਾਰਤ ਦੀ ਸਰਕਾਰ ਨੇ ਕੀਤਾ ਕੁਝ ਨਹੀਂ। ਜੇ ਕਾਂਗਰਸੀ, ਅਕਾਲੀ, ਬੀਜੇਪੀ ਵਾਲੇ ਜਾਂ ਬਸਪਾ ਵਾਲੇ ਇਹ ਕਹਿਣਗੇ ਵੀ ਨਰਿੰਦਰ ਮੋਦੀ ਨੇ ਇਸ ਮਾਮਲੇ 'ਚ ਕੀਤਾ ਕੁਝ ਨਹੀਂ, ਤੇ ਮੈਨੂੰ ਲੱਗਦਾ ਫਿਰ ਉਹ ਗਲਤ ਹੋਊਗਾ। ਸਰਕਾਰ ਜੋ ਕਰ ਸਕਦੀ ਸੀ ਇਸ ਮਾਮਲੇ 'ਚ ਕਰ ਰਹੀ ਹੈ। ਹੁਣ ਨਰਿੰਦਰ ਮੋਦੀ ਆਪ ਥੋੜੀ ਜਹਾਜ਼ ਲੈ ਕੇ ਚਲਿਆ ਜਾਊਗਾ ਯੂਕਰੇਨ 'ਚ, ਔਰ ਦੂਜੇ ਮੁਲਕਾਂ ਦੇ ਜਹਾਜ਼ ਕੀ ਆ ਰਹੇ ਨੇ। ਇਸ ਕਰਕੇ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਆਸ ਕਰਾਂਗੇ ਵੱਧ ਤੋਂ ਵੱਧ ਵਿਦਿਆਰਥੀ ਸਾਡੇ ਆਉਣ। ਜੀ ਡੱਲਾ ਸਾਹਿਬ, ਹੁਣ ਸਮਾਪਤੀ ਵੱਲ ਵੱਧਦੇ ਹਾਂ ਜੀ। ਅੱਜ ਤੁਸੀਂ ਆਪਣੇ ਵਿਚਾਰ ਰੱਖੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜਗਦੀਸ਼ ਜੀ।